ਇੱਕ ਵਾਹਿਗੁਰੂ। ਵਾਹਿਗੁਰੂ ਸ਼ਬਦ ਤੋਂ ਸਿੱਖ ਗੁਰੂਆਂ ਦੀ ਮੁਰਾਦ ਪਰਮਾਤਮਾ ਅਕਾਲ ਪੁਰਖ ਤੋਂ ਹੈ, ਜੋ ਇਨਸਾਨ ਦਾ ਸੱਚਾ ਸੁੱਚਾ ਰਹਿਬਰ ਤੇ ਸ੍ਰਿਸ਼ਟੀ ਦਾ ਰਚਨਹਾਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਭਾਵਨਾ ਵਿੱਚ ਵਾਹਿਗੁਰੂ ਸ਼ਬਦ ਦੀ ਵਰਤੋਂ ਇੰਜ ਕੀਤੀ ਹੈ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਤੀਰਥਾਂ ਬਾਰੇ ਪਾਤਸ਼ਾਹ ਜੀ ਦੇ ਖਿਆਲ ਬੜੇ ਸਪਸ਼ਟ ਹਨ। ਸਿੱਖਾਂ ਵਾਸਤੇ ਅੰਮ੍ਰਿਤਸਰ ਨੂੰ ਹੀ ਪਵਿੱਤਰ ਤੀਰਥ ਸਥਾਨ ਨਿਯਤ ਕੀਤਾ ਹੈ। ਗੁਰੂ ਜੀ ਤੀਰਥ ਇਸ਼ਨਾਨ ਤੇ ਦਰਸ਼ਨ ਨੂੰ ਕੋਈ ਬਹੁਤਾ ਵਿਸ਼ੇਸ਼ਤਾ ਨਹੀਂ ਦਿੰਦੇ ਤੇ ਅੰਮ੍ਰਿਤਸਰ ਨੂੰ ਤੀਰਥ ਕਾਇਮ ਕਰਨ ਵਿੱਚ ਖਾਲਸੇ ਦਾ ਉਹ ਕੇਂਦਰ ਮੁਕਰਰ ਕਰਨਾ ਲੋੜਦੇ ਸੀ। ਜੇ ਹਿੰਦੂ ਜਾਤੀ ਵੀ ਆਪਣੇ ਤੀਰਥਾਂ ਨੂੰ ਉਸ ਪ੍ਰਕਾਰ ਦਾ ਕੇਂਦਰ ਹੀ ਬਣਾਉਣ ਤਾਂ ਉਹਨਾਂ ਨੂੰ ਵੀ ਕਾਫੀ ਲਾਭ ਪ੍ਰਾਪਤ ਹੋ ਸਕਦਾ ਹੈ। ਇਸ ਤਰ੍ਹਾਂ ਦੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਤੇ ਯਾਤਰਾ ਤੋਂ ਕੋਈ ਆਤਮ ਉਨਤੀ ਜਾਂ ਲਾਭ ਨਹੀਂ ਹੈ ਜਿਹਦੇ ਵਿੱਚ ਕਰਮਕਾਂਡ ਹੋਵੇ। ਜਲ ਕੀ ਮਜਨ ਜੇ ਗਤ ਹੋਵੇ, ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਓਏ ਨਰ, ਫਿਰ ਜੋਨੀ ਆਵੇ। ਪਾਣੀ ਨਾਲ ਨਹਾਉਣ ਕਰਕੇ ਜੇ ਗਤੀ ਹੋਵੇ ਤਾਂ ਡੱਡੂ ਹਰ ਵਕਤ ਹੀ ਨਹਾਉਂਦਾ ਹੈ, ਜਿਵੇਂ ਡੱਡੂ ਤਿਵੇਂ ਹੀ ਉਹ ਆਦਮੀ ਫਿਰ ਜਨਮ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਹਨ। ਹੋਰਨਾਂ ਧਰਮਾਂ ਬਾਰੇ ਵੀ ਗੁਰੂ ਪਾਤਸ਼ਾਹ ਜੀ ਦੇ ਨਿਯਮਾਂ ਦੇ ਵਿੱਚ ਕੋਈ ਕਿਸੇ ਦੀ ਅਪਮਾਨ ਭਰੀ ਨੀਅਤ ਨਹੀਂ ਹੈ, ਪਰ ਸਾਰਿਆਂ ਧਰਮਾਂ ਦੀ ਸਿੱਖਿਆ, ਪੁਰਾਣਾ ਆਦਿ ਤੇ ਹਿੰਦੂਆਂ ਦੇ ਫਿਰਕਿਆਂ ਦੀ ਸਿੱਖਿਆ ਤੇ ਤਲੀਮ ਨੂੰ ਉਹ ਧੋਖਾ ਸਮਝਦੇ ਹਨ। ਇਸ ਠੱਗੀ ਤੋਂ ਬਚਣ ਲਈ ਬਾਰ-ਬਾਰ ਆਪਣੇ ਖਾਲਸੇ ਨੂੰ ਤਾੜਨਾ ਕੀਤੀ। ਸ਼ਰਾਬ ਤੇ ਸਾਰੇ ਨਸ਼ਿਆਂ ਤੋਂ, ਵਿਸ਼ੇਸ਼ ਤੌਰ ਤੇ ਤੰਬਾਕੂ, ਬੜੀ ਕੱਟੜਤਾ ਨਾਲ ਵਿਵਰਜਿਤ ਕੀਤਾ ਹੈ। ਗੁਰੂ ਜੀ ਖੁਦ ਵੀ ਸ਼ਿਕਾਰ ਖੇਡਦੇ ਸਨ ਤੇ ਖਾਲਸੇ ਨੂੰ ਵੀ ਸ਼ਿਕਾਰ ਖਿਡਾਉਂਦੇ ਸਨ। ਇਸ ਬਾਰੇ ਉਹ ਖੁਦ ਲਿਖਦੇ ਹਨ, ਰਾਜ ਸਾਜ ਹਮ ਪਰ ਜਬ ਆਇਓ, ਜਥਾ ਸ਼ਕਤ ਤਬ ਧਰਮ ਚਲਾਇਓ, ਭਾਂਤ ਭਾਂਤ ਮਨ ਖੇਲ ਸ਼ਿਕਾਰਾ, ਮਾਰੇ ਰੀਸ਼ ਰੋਜ਼ ਚੰਖਾਰਾ। ਔਰ ਵਾਸਨਾ ਨਾਹੇ ਮੋਹੇ, ਧਰਮ ਜੁੱਧ ਕੀ ਚਾਏ। ਇਹ ਗੁਰੂ ਪਾਤਸ਼ਾਹ ਜੀ ਦਾ ਸਭ ਤੋਂ ਮੁੱਖ ਉਦਮ, ਮੁੱਖ ਨਿਸ਼ਾਨਾ ਰਿਹਾ ਹੈ। ਈਸ਼ਵਰ ਬਾਰੇ ਗੁਰੂ ਜੀ ਉਸੇ ਈਸ਼ਵਰ ਨੂੰ ਮੰਨਦੇ ਸਨ ਜਿਸ ਦਾ ਵਰਣਨ ਵੇਦਾਂ ਵਿੱਚ ਹੈ। ਪਰਮਾਤਮਾ ਨੂੰ ਸਦਾ ਸੱਚ ਦਾ ਆਨੰਦ, ਅਕਾਲ ਅਜਨਮਾ ਅਜੋਨੀ ਅਮਰ, ਅਭੈ ਸਰਬ ਵਿਆਪਕ ਬੇਅੰਤ ਅਪਾਰ ਅਰੂਪ, ਲਾਮਹਿਦੂਦ ਅਨੰਤ ਸਰਬ ਆਧਾਰ, ਨਿਰਲੇਪ ਨਿਆਕਾਰੀ ਕਿਹਾ ਹੈ। ਉਹ ਮਨੁੱਖ ਦੇ ਬਣਾਏ ਕਿਸੇ ਈਸ਼ਵਰ ਨੂੰ ਨਹੀਂ ਸੀ ਮੰਨਦੇ ਤੇ ਨਾ ਹੀ ਕਿਸੇ ਅਵਤਾਰ ਨੂੰ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਆਪਣੀ ਰਚਨਾ ਜਪਜੀ ਦੇ ਆਰੰਭ ਵਿੱਚ ਮੂਲ ਮੰਤਰ ਰਾਹੀਂ ਈਸ਼ਵਰ ਦੀ ਵਿਆਖਿਆ ਕੀਤੀ ਹੈ, ਤਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਆਰੰਭ ਵਿੱਚ ਈਸ਼ਵਰ ਦੀ ਉਪਮਾ ਇੰਜ ਕੀਤੀ ਹੈ, ਚੱਕਰ ਚੇਨ ਅਰ ਬਰਨ, ਜਾਤ ਅਰ ਪਾਤ ਨਹਿਨ ਚਾਹੇ, रूप रंग अर रेख भेख को कह न सकत कहे, अचल मूर्त अर भाव प्रकाश मतोज के हिजै, कोट इंद्र इंद्रान शाहो सहान गणिजै, त्रिभुवन महीप सुर नर असुर, नेत नेत बंटन कहत, तब सर्वनाम कथै कवन, कर्म नाम बरंत सुमत। जाप साहब तो इलावा चौपाई, शब्द हजारे, अकाल उस्तत गुरु जी दियां विशेष बाणियां हन जो ईश्वर महिमा नाल भरपूर हैं। इल्हाम भाव जिस नूं भविखबाणी कहते हैं, इस बारे भी सतगुरु जी स्पष्ट हैं। गुरु जी ने सदा ही आख्या कि जो कुछ भी वो करते हैं कहते हैं अकाल पुरख की आग्या नाल ही करते ते कहते हैं। श्री असमान कृपा तुमरी कर, मैं ना कहो सब तोहे बखानियो। पर उन्हें कदे दावा नहीं किया कि उन्होंने किसी तरह का इल्हाम होंदा है, जां वही नाजिल होंदी है, जां कोई आकाशवाणी होंदी है। गुरु जी तां करामात दे हामी नहीं सन ते ना ही कदे करामात दिखाई जां उसका दावा किया, तां फिर वो इल्हाम का दावा किवें करदे। गुरु जी पूर्ण सच दे उपासक ते धारनी सन, धोखे नाल कोई काम करना पाप समझदे सन
ਉਹਨਾਂ ਦੀ ਆਤਮਾ ਮਾਂ ਬਲੀ ਸੀ ਤੇ ਉਹਨਾਂ ਦਾ ਆਤਮਿਕ ਬਲ ਖਾਲਸੇ ਵਿੱਚ ਕੌਮੀਅਤ ਤੇ ਜੋਸ਼ ਭਰਨ ਲਈ ਕਾਫੀ ਸੀ। ਗੁਰੂ ਜੀ ਕਿਸੇ ਤਰ੍ਹਾਂ ਦਾ ਫਰੇਬ ਜਾਂ ਪ੍ਰਪੰਚ ਰਚਣ ਵਾਲਿਆਂ ਦੇ ਸਖਤ ਵਿਰੋਧੀ ਸਨ। ਕਿਸੇ ਫਰੇਬੀ ਢੰਗ ਨਾਲ ਖੁਦਾ ਦੇ ਨਾਂ ਤੇ ਫਸਾਦ ਕਰਾਉਣ ਵਾਲਿਆਂ ਦੀ ਉਹ ਨਿਖੇਧੀ ਕਰਦੇ ਸਨ। ਕੁਝ ਲੋਕ ਮਹਾਤਮਾ ਤੇ ਬਜ਼ੁਰਗਾਂ ਦੇ ਕੰਮਾਂ ਨੂੰ ਕਰਾਮਾਤਾਂ ਨਾਲ ਜੋੜਦੇ ਹਨ ਅਤੇ ਉਹਨਾਂ ਦੀ ਵਡਿਆਈ ਨੂੰ ਕਰਾਮਾਤਾਂ ਨਾਲ ਹੀ ਮਿਣਦੇ ਤੇ ਤੋਲਦੇ ਹਨ। ਉਹਨਾਂ ਦਾ ਧਿਆਨ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨਾਮਿਆਂ ਤੇ ਪ੍ਰਾਪਤੀਆਂ ਵੱਲ ਦਿਵਾਉਣਾ ਚਾਹੁੰਦੇ ਹਾਂ, ਜੋ ਕਿ ਕਿਸੇ ਕਰਾਮਾਤ ਨਾਲੋਂ ਵੀ ਘੱਟ ਨਹੀਂ। ਖਾਲਸਾ ਧਰਮ ਉਹਨਾਂ ਦੀ ਉਹ ਸਾਖਸ਼ਾਤ ਤੇ ਪ੍ਰਤੱਖ ਕਰਾਮਾਤ ਹੈ, ਜਿਸ ਰਾਹੀਂ ਉਹ ਕ੍ਰਿਸ਼ਮੇ ਫੁੱਟੇ ਕਿ ਸਾਰੇ ਸੰਸਾਰ ਦੀਆਂ ਅੱਖਾਂ ਚੁੰਧਿਆ ਗਈਆਂ। ਨਾ ਮਰਦਾਂ ਨੂੰ ਮਰਦ ਬਣਾਇਆ, ਲੋਮੜੀਆਂ ਨੂੰ ਸ਼ੇਰ ਬਣਾਇਆ ਤੇ ਰਸਾਤਲ ਵੱਲ ਜਾਂਦੀ ਹਿੰਦੂ ਕੌਮ ਦੀ ਕਾਇਆ ਹੀ ਪਲਟ ਦਿੱਤੀ। ਖਾਲਸਾ ਗੁਰੂ ਜੀ ਦੀ ਜਿਉਂਦੀ ਜਾਗਦੀ ਕਰਾਮਾਤ ਹਰ ਵਕਤ ਸਾਹਮਣੇ ਮੌਜੂਦ ਹੈ ਤੇ ਕਿਸੇ ਹੋਰ ਕਰਾਮਾਤ ਦੇ ਲੱਭਣ ਤੇ ਵੇਖਣ ਦੀ ਕੋਈ ਜ਼ਰੂਰਤ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦੇ ਵੱਖ-ਵੱਖ ਬਚਨ ਤੇ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਗੁਰੂ ਜੀ ਨੇ ਜੋ ਜੋ ਬਚਨ ਵੱਖ-ਵੱਖ ਸਮੇਂ ਵੱਖ-ਵੱਖ ਸਿੱਖਾਂ ਨੂੰ ਉਪਦੇਸ਼ ਵਜੋਂ ਕਹੇ, ਉਹਨਾਂ ਦਾ ਇੱਥੇ ਥੋੜਾ ਜਿਹਾ ਵਰਣਨ ਹੋਰ ਲਾਭਕਾਰੀ ਸਾਬਤ ਹੋਵੇਗਾ। ਉਸ ਨਾਲ ਗੁਰੂ ਜੀ ਦੀ ਜੀਵਨੀ ਤੇ ਹੋਰ ਰੋਸ਼ਨੀ ਵੀ ਸਪਸ਼ਟ ਹੋਏਗੀ। ਦਸਮ ਗ੍ਰੰਥ ਤੋਂ ਇਲਾਵਾ ਗੁਰੂ ਜੀ ਦੇ ਦੋ ਲਿਖਤਾਂ ਪ੍ਰਸਿੱਧ ਹੋਰ ਹਨ, ਇੱਕ ਰਹਿਤਨਾਮਾ ਤੇ ਦੂਜਾ ਤਨਖਾਹਨਾਮਾ। ਰਹਿਤਨਾਮਾ ਪ੍ਰਹਲਾਦ ਸਿੰਘ ਦੇ ਸਵਾਲਾਂ ਦੇ ਉੱਤਰ ਵਿੱਚ ਅਬਚਲ ਨਗਰ ਗੋਦਾਵਰੀ ਦੇ ਕੰਢੇ ਲਿਖਿਆ ਪਾਸਦਾ ਹੈ। ਇਸ ਵਿੱਚ ਕਈ ਕੀਮਤੀ ਗੱਲਾਂ ਦਰਜ ਹਨ, ਪਰ ਇੱਥੇ ਕੁਝ ਕੁ ਦਾ ਹੀ ਜ਼ਿਕਰ ਕਰਦੇ ਹਾਂ। ਖਾਲਸੇ ਨੇ ਕਿੰਨਾਂ ਨਾਲ ਮੇਲ ਜੋਲ ਨਹੀਂ ਰੱਖਣਾ। ਨੜੀ ਮਾਰ, ਕੁੜੀ ਮਾਰ, ਮਸੰਦ, ਧੀਰ ਮਲੀਏ, ਰਾਮ ਰਾਈਏ, ਇਹਨਾਂ ਨਾਲ ਮੇਲ ਜੋਲ ਨਹੀਂ ਰੱਖਣਾ। ਔਰਤਾਂ ਨਾਲ ਸਤਰੰਜ ਨਹੀਂ ਖੇਡਣਾ। ਸਿਰੋਂ ਪਗੜੀ ਲਾ ਕੇ ਪ੍ਰਸ਼ਾਦ ਛਕਣਾ ਸਿੱਖਾਂ ਲਈ ਵਿਵਰਜਿਤ ਹੈ। ਜੋ ਗੁਰੂ ਜੀ ਦੀ ਸਿੱਖਿਆ ਦਾ ਪਾਲਣ ਨਹੀਂ ਕਰੇਗਾ ਉਹ ਮਲੇਸ਼ ਹੋਏਗਾ, ਪਤਿਤ ਹੋਏਗਾ। ਪ੍ਰਥਮ ਗੁਰੂ ਗ੍ਰੰਥ ਸਾਹਿਬ ਤੇ ਦੂਜੇ ਖਾਲਸੇ ਦਾ ਹੀ ਸਤਿਕਾਰ ਕਰਨਾ ਹੈ। ਜੋ ਨਹੀਂ ਮੰਨੇਗਾ ਉਹ ਨਰਕਗਾਮੀ ਹੋਏਗਾ। ਸਿੱਖਾਂ ਨੂੰ ਭਗਵਾਂ ਰੰਗ ਨਹੀਂ ਪਾਉਣਾ ਚਾਹੀਦਾ, ਕੋਈ ਤਵੀਤ ਧਾਗਾ ਨਹੀਂ ਪਾਉਣਾ। ਪ੍ਰਭਾਤ ਵੇਲੇ ਨਾਸ਼ਤੇ ਤੋਂ ਪਹਿਲਾਂ ਜਪਜੀ ਸਾਹਿਬ ਤੇ ਸ਼ਾਮ ਨੂੰ ਰੋਟੀ ਤੋਂ ਪਹਿਲਾਂ ਰਹਿਰਾਸ ਪੜ੍ਹਨੀ ਜ਼ਰੂਰੀ ਹੈ। ਇਹਨਾਂ ਬਾਣੀਆਂ ਦੇ ਪਾਠ ਤੋਂ ਬਗੈਰ ਸਵੇਰੇ ਕੋਈ ਕੰਮ ਨਾ ਆਰੰਭਣਾ। ਅਕਾਲ ਪੁਰਖ ਤੋਂ ਸਿਵਾਏ ਕਿਸੇ ਮੂਰਤੀ ਜਾਂ ਬੁੱਤ ਦੀ ਪੂਜਾ ਨਹੀਂ ਕਰਨੀ। ਸਿੱਖ ਤੋਂ ਸਿਵਾਏ ਕਿਸੇ ਅੱਗੇ ਵੀ ਪ੍ਰਣਾਮ ਜਾਂ ਸਿਰ ਨਹੀਂ ਝੁਕਾਉਣਾ। ਗੁਰੂ ਗ੍ਰੰਥ ਨੂੰ ਕਦੀ ਵੀ ਨਹੀਂ ਭੁੱਲਣਾ। ਸਿੱਖ ਨਾਲ ਧੋਖਾ ਨਹੀਂ ਕਰਨਾ। ਜੋ ਵੀ ਮਸਜਿਦ, ਮੰਦਰ, ਕਬਰ, ਮੜੀ ਜਾਂ ਪੂਜਾ ਕਰਦਾ ਹੈ ਉਹ ਸਿੱਖ ਨਹੀਂ। ਜੋ ਟੋਪੀ ਪਾਉਣ ਵਾਲੇ ਨੂੰ ਪ੍ਰਣਾਮ ਜਾਂ ਸਲਾਮ ਕਰੇਗਾ ਜਾਂ ਹੱਥ ਮਿਲਾਏਗਾ ਉਹ ਨਰਕ ਵੀ ਜਾਏਗਾ। ਇਸ ਦਾ ਸ਼ਾਇਦ ਇਹ ਕਾਰਨ ਹੈ ਕਿ ਉਸ ਸਮੇਂ ਮੁਗਲ ਅਮੀਰ ਤੇ ਨਵਾਬ ਟੋਪੀ ਪਾਉਂਦੇ ਸਨ, ਜਾਂ ਫਿਰ ਕਿਉਂਕਿ ਸਮੇਂ ਦੇ ਮੁਸਲਮਾਨ ਹਾਕਮ ਹਿੰਦੂਆਂ ਨੂੰ ਪਗੜੀ ਨਹੀਂ ਸੀ ਬੰਨ੍ਹਣ ਦਿੰਦੇ, ਸੋ ਟੋਪੀ ਪਾਉਣ ਵਾਲਿਆਂ ਤੋਂ ਐਸੇ ਹਿੰਦੂਆਂ ਵੱਲ ਹੀ ਸੰਕੇਤ ਹੋਵੇ। ਖਾਲਸੇ ਨੂੰ ਆਪਣਾ ਗੁਰੂ ਮੰਨੋ ਤੇ ਗੁਰੂ ਨੂੰ ਖਾਲਸੇ ਵਿੱਚ ਹੀ ਵੇਖੋ। ਗੁਰੂ ਗ੍ਰੰਥ ਸਾਹਿਬ ਅੱਗੇ ਹੀ ਸਿਰ ਝੁਕਾਓ ਔਰ ਇਸੇ ਤੋਂ ਹੁਕਮਨਾਮਾ ਲਓ। ਤਨਖਾਹਨਾਮੇ ਵਿੱਚ ਕੁਝ ਹੋਰ ਵੀ ਗੁਰੂ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਦੇ ਪ੍ਰਸ਼ਨਾਂ ਦੇ ਉੱਤਰਾਂ ਦੇ ਰੂਪ ਵਿੱਚ ਆਖਿਆ। ਜੋ ਪੰਜ ਸਿੰਘ ਕਿਸੇ ਸਿੱਖ ਨੂੰ ਪੌਲ ਦੇਣਗੇ, ਪਰਮਾਤਮਾ ਉਹਨਾਂ ਨੂੰ ਬੇਅੰਤ ਬਖਸ਼ਾਂ ਬਖਸ਼ੇਗਾ। ਜੋ ਸਿੱਖ ਕਿਸੇ ਮਸਕੀਨ ਗਰੀਬ ਸਿੱਖ ਲਈ ਆਪਣੇ ਦਿਲ ਵਿੱਚ ਅਸਥਾਨ ਨਹੀਂ ਬਣਾਉਂਦੇ ਉਹ ਸਿੱਖ ਨਹੀਂ। ਕੜਾਹ ਪ੍ਰਸ਼ਾਦ ਸਾਰਿਆਂ ਨੂੰ ਇੱਕੋ ਜਿਹਾ ਵੰਡਣਾ ਚਾਹੀਦਾ ਹੈ। ਕੜਾਹ ਪ੍ਰਸ਼ਾਦ ਧਰੌਲੇ ਦਾ ਭਾਵ ਇੱਕੋ ਜਿਹੀ ਖੰਡ, ਆਟਾ ਤੇ ਘਿਓ, ਇਹ ਰਸਤਾ ਪਾ ਕੇ ਬਣਾਉਣਾ ਚਾਹੀਦਾ ਹੈ। ਜੋ ਸਿੱਖ ਤਵੀਜ਼ ਜਾਂ ਧਾਗੇ ਪਾਵੇਗਾ ਤੇ ਲੋਹੇ ਨੂੰ ਪੈਰ ਲਾਵੇਗਾ, ਭਾਵ ਸ਼ਸਤਰਾਂ ਦੀ ਬੇਅਦਬੀ ਕਰੇਗਾ, ਉਹ ਅੱਗੇ ਜਾ ਕੇ ਸਜ਼ਾ ਪਾਵੇਗਾ। ਉਸ ਵੇਲੇ ਨਸ਼ਿਆਂ ਵਿੱਚੋਂ ਨਸਵਾਰ ਵੀ ਇੱਕ ਨਸ਼ਾ ਮੰਨਿਆ ਗਿਆ, ਜੋ ਪਾਤਸ਼ਾਹ ਜੀ ਨੇ ਇਸ ਬਾਰੇ ਵੀ ਭਾਈ ਨੰਦ ਲਾਲ ਦੇ ਰਹਿਤਨਾਮੇ ਵਿੱਚ ਕੋਈ ਸਿੱਖ ਨਸਵਾਰ ਨਾ ਲਵੇ। ਜੋ ਸਿੱਖ ਲੋਹਾ ਪਾਸ ਨਹੀਂ ਰੱਖਦਾ, ਭਾਵ ਸ਼ਸਤਰ ਨਹੀਂ ਰੱਖਦਾ, ਤੇ ਡਰ ਕਰਕੇ ਤੁਰਕਾਂ ਨੂੰ ਪ੍ਰਣਾਮ ਕਰਦਾ, ਉਹ ਨਿੰਦਣਯੋਗ ਤੇ ਸਜ਼ਾ ਦਾ ਭਾਗੀ ਹੈ। ਸਿੱਖ ਨੂੰ ਦੋਨੋਂ ਸਮੇਂ ਕੇਸਾਂ ਵਿੱਚ ਕੰਗਾ ਕਰਨਾ ਚਾਹੀਦਾ ਹੈ। ਸਿੱਖ ਜੰਝੂ ਨਾ ਪਾਵੇ
ਝੂਠ ਨਾ ਬੋਲੇ, ਬਚਨ ਦਾ ਧਨੀ ਰਹੇ ਤੇ ਪ੍ਰਮਾਤਮਾ ਦਾ ਨਾਮ ਲਏ ਬਿਨਾ ਕੋਈ ਕਾਰਜ ਆਰੰਭ ਨਾ ਕਰੇ, ਭਾਵ ਅਰਦਾਸ ਕਰੇ। ਜੋ ਸਿੱਖ ਲੋੜਵੰਦ ਦੀ ਮਦਦ ਨਹੀਂ ਕਰਦਾ, ਜੋ ਜੂਆ ਖੇਡਦਾ ਹੈ, ਜੋ ਆਪਣੇ ਗੁਰੂ ਦੀ ਨਿੰਦਾ ਸੁਣਦਾ ਹੈ, ਉਹ ਪ੍ਰਮਾਤਮਾ ਤੋਂ ਤੇ ਗੁਰੂ ਤੋਂ ਦੂਰ ਹੈ। ਖਾਲਸਾ ਉਹ ਹੈ ਜੋ ਕਿਸੇ ਦੀ ਚੁਗਲੀ ਨਿੰਦਾ ਨਹੀਂ ਕਰਦਾ, ਜੋ ਯੁੱਧ ਕਰਦਾ ਹੈ ਤੇ ਵੀਰਤਾ ਦੇ ਕਾਰਜ ਕਰਦਾ ਹੈ, ਜੋ ਆਪਣੇ ਵਲਵਲਿਆਂ ਤੇ ਕਾਬੂ ਰੱਖਦਾ ਹੈ, ਜੋ ਰਸਮਾਂ ਤੋਂ ਉੱਚਾ ਤੇ ਬਰੀ ਹੈ, ਜੋ ਵਹਿਮਾਂ ਭਰਮਾਂ ਤੋਂ ਦੂਰ ਰਹਿੰਦਾ ਹੈ ਤੇ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਰੱਖਦਾ ਹੈ, ਜੋ ਕਦੇ ਭੈ ਨਹੀਂ ਮੰਨਦਾ, ਭਾਵੇਂ ਕਾਮਯਾਬ ਹੋਵੇ ਜਾਂ ਨਾ ਹੋਵੇ, ਜੋ ਕਿਸੇ ਨੂੰ ਸਤਾਉਂਦਾ ਨਹੀਂ, ਜੋ ਸਭ ਲੁਕਾਈ ਨੂੰ ਪ੍ਰਮਾਤਮਾ ਦੀ ਸਾਜੀ ਹੋਈ ਤੇ ਬਣਾਈ ਹੋਈ ਸਮਝਦਾ ਹੈ, ਜੋ ਇਹਨਾਂ ਵਿਚਾਰਾਂ ਦੇ ਵਿਰੁੱਧ ਅਮਲ ਕਰੇਗਾ, ਪ੍ਰਮਾਤਮਾ ਉਸ ਨਾਲ ਨਾਰਾਜ਼ ਹੋਵੇਗਾ। ਇੱਕ ਹੋਰ ਫਿਰਕਾ ਇਹ ਇਤਰਾਜ਼ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਭਗਤੀ ਨਿਮਰਤਾ, ਦਨਾਈ, ਸ਼ਾਂਤੀ ਤੇ ਭਜਨ ਬੰਦਗੀ ਦੀ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਪ੍ਰੇਮ ਤੇ ਪਿਆਰ ਦੀ ਮੰਜ਼ਿਲ ਤੋਂ ਹਟਾ ਕੇ ਖੂਨ ਵਹਾਉਣਾ ਸਿਖਾਇਆ। ਭਗਤੀ ਦੇ ਦਰਜੇ ਤੋਂ ਉਠਾ ਕੇ ਬੇਰਹਿਮੀ ਦਾ ਉਪਦੇਸ਼ ਦਿੱਤਾ ਹੈ। ਹਿੰਦੂਆਂ ਦੀ ਦੁੱਖ ਸਹਿਣ ਦੀ ਮਹਾਨ ਪਵਿੱਤਰ ਤੇ ਪਾਕ ਆਦਤ ਨੂੰ ਮਿਟਾ ਕੇ ਦੁੱਖ ਦੇਣ ਦਾ ਆਦੀ ਬਣਾ ਦਿੱਤਾ ਹੈ। ਉਹਨਾਂ ਦੇ ਨਰਮ ਸੁਭਾਅ ਤੇ ਜਜ਼ਬੇ ਨੂੰ ਮਾਰੂ ਵੀਰਤਾ ਵਿੱਚ ਬਦਲ ਕੇ ਜ਼ੁਲਮ ਦਾ ਤੂਫਾਨ ਖੜਾ ਕਰ ਦਿੱਤਾ। ਉਹਨਾਂ ਦੀ ਨਿਮਰਤਾ, ਖਾਕਸਾਰੀ ਤੇ ਆਜ਼ਜੀ ਵਾਲੀ ਰੁਚੀ ਨੂੰ ਮਲੀਆ ਮੇਟ ਕਰਕੇ ਉਹਨਾਂ ਨੂੰ ਕੌਮੀ ਗੌਰਵ ਤੇ ਮਾਣ ਵਿੱਚ ਬਦਲ ਦਿੱਤਾ। ਉਹਨਾਂ ਦੀ ਨਿੱਜੀ ਹਲੀਮੀ ਤੇ ਸਹਿਣ ਸ਼ਕਤੀ ਨੂੰ ਦਬਾ ਕੇ ਉਹਨਾਂ ਨੂੰ ਜ਼ਾਲਮ ਤੇ ਖੂਨੀ ਬਣਾ ਦਿੱਤਾ ਹੈ। ਉਹਨਾਂ ਦੀ ਸ਼ਾਂਤੀ ਨੂੰ ਗੁੱਸੇ ਤੇ ਕਹਿਰ ਵਿੱਚ ਬਦਲ ਦਿੱਤਾ ਹੈ। ਉਹਨਾਂ ਵਿੱਚ ਬਦਲੇ ਦੀ ਪ੍ਰਚੰਡ ਅਗਨੀ ਬਾਲ ਦਿੱਤੀ ਹੈ। ਅਮਨ ਪਸੰਦਾਂ ਤੋਂ ਲੜਾ ਕੇ ਬਣਾ ਦਿੱਤਾ ਹੈ। ਇਹ ਸਭ ਕੁਝ ਗੁਰੂ ਜੀ ਨੇ ਚੰਗਾ ਨਹੀਂ ਕੀਤਾ, ਦੁਸ਼ਮਣੀ ਕੀਤੀ ਹੈ। ਹਾਂ, ਤੁਸੀਂ ਵੀ ਠੀਕ ਆਖਦੇ ਹੋ। ਜਰਾ ਕਿਰਪਾ ਕਰਕੇ ਅੱਖਾਂ ਤਾਂ ਖੋਲੋ ਤੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖੋ ਤੇ ਇੰਜ ਕਹੋ ਕਿ ਤੁਹਾਨੂੰ ਸੁੱਤਿਆਂ ਨੂੰ ਜਗਾਇਆ, ਡਿੱਗਦਿਆਂ ਨੂੰ ਉਠਾਇਆ, ਮਰਨ ਮਿਟਣ ਤੇ ਸੜਨ ਤੋਂ ਬਚਾਇਆ। ਕਿਸੇ ਕਵੀ ਨੇ ਠੀਕ ਹੀ ਕਿਹਾ, ਨਾ ਕਹੋ ਅਬ ਕੀ ਨਾ ਕਹੋ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ। ਇਤਰਾਜ਼ ਕਰਨ ਤੋਂ ਪਹਿਲਾਂ ਹਰ ਪਾਸੇ ਤੋਂ ਘੋਖ ਤੇ ਲਓ, ਵਿਚਾਰ ਤੇ ਕਰ ਲਓ ਕਿ ਸੰਸਾਰ ਵਿੱਚ ਉਹ ਕਿਹੜਾ ਧਰਮ ਹੈ ਜਿਸ ਨੇ ਤਲਵਾਰ ਬਿਨਾਂ ਸੰਸਾਰ ਵਿੱਚ ਆਪਣੇ ਪਰ ਫੈਲਾਏ ਹੋਣ। ਮੂਸਾ ਦੇ ਜੰਗਾਂ ਯੁੱਧਾਂ ਦਾ ਹਾਲ ਤੇ ਮਿਸਾਲਾਂ ਗਿਣ ਲਈ ਤੇ ਪੇਸ਼ ਕਰਨ ਲਈ ਅਣਗਿਣਤ ਕਾਗਜ਼ ਚਾਹੀਦੇ ਹਨ। ਈਸ਼ਾ ਨੇ ਭਾਵੇਂ ਇੱਕ ਚਪੇੜ ਇੱਕ ਗੱਲ ਉੱਤੇ ਖਾ ਕੇ ਦੂਜੀ ਗੱਲ ਪੇਸ਼ ਕਰਨ ਦਾ ਨਾਰਾ ਮਾਰਿਆ ਤੇ ਪ੍ਰਚਾਰਿਆ, ਪਰ ਕੌਣ ਇਹ ਆਖ ਸਕਦਾ ਹੈ ਕਿ ਈਸਾਈ ਮਤ ਤਲਵਾਰ ਬਿਨਾਂ ਹੀ ਫੈਲਿਆ। ਸਾਰੇ ਯੂਰਪ ਤੇ ਹੋਰ ਦੇਸ਼ਾਂ ਦਾ ਇਤਿਹਾਸ ਸਾਫ਼ ਸਪਸ਼ਟ ਹੈ ਕਿ ਈਸਾਈ ਮਿਸ਼ਨਰੀ ਅੱਗੇ ਅੱਗੇ ਵਧਦੇ ਜਾਂਦੇ ਕਿਉਂਕਿ ਪਿੱਛੇ ਪਿੱਛੇ ਤਲਵਾਰ ਤੁਰੀ ਆਉਂਦੀ। ਜਿੱਥੇ ਕਿਤੇ ਈਸਾਈ ਮਿਸ਼ਨਰੀਆਂ ਨੂੰ ਜ਼ਰਾ ਜਿੰਨੀ ਵੀ ਤਕਲੀਫ ਆਈ ਤਾਂ ਉਹਨਾਂ ਦੀ ਰੱਖਿਆ ਲਈ ਤਲਵਾਰ ਤੁਰਤ ਮਿਆਨ ਵਿੱਚੋਂ ਨਿਕਲੀ। ਯਰੂਸ਼ਲਮ ਪ੍ਰਾਪਤ ਕਰਨ ਲਈ ਸਾਰੇ ਯੂਰਪ ਦੀ ਈਸਾਈ ਜਮਾਤ ਨੇ ਸਾਂਝਾ ਮੋਰਚਾ ਬਣਾਇਆ ਤੇ ਜਹਾਦ ਕੀਤਾ। ਇਤਿਹਾਸਕ ਈਸਾਈ ਸਾਡੇ ਸਾਹਮਣੇ ਹੈ। ਇਸਲਾਮ ਦਾ ਕੀ ਫਰਮਾਨ ਸੀ? ਮੌਤ ਜਾਂ ਇਸਲਾਮ, ਕਿਹੜੀ ਗੱਲ ਕਬੂਲ ਕਰੋਗੇ? ਸੰਸਾਰ ਦਾ ਉਹ ਕਿਹੜਾ ਹਿੱਸਾ ਹੈ ਜਿੱਥੇ ਇਸਲਾਮ ਦੀ ਤਲਵਾਰ ਤਬਲੀਗ ਲਈ ਮਿਆਨ ਵਿੱਚੋਂ ਬਾਹਰ ਨਹੀਂ ਆਈ? ਕਿ ਸਾਰੇ ਯੂਰਪ ਦੀ ਈਸਾਈ ਆਬਾਦੀ ਨੇ ਈਸਾ ਦੀ ਜਨਮ ਭੂਮੀ ਯਰੂਸ਼ਲਮ ਖੋਹਣ ਲਈ ਇਸਲਾਮ ਨਾਲ ਲਗਭਗ 7 ਸਾਲ ਜਹਾਦ ਵਿੱਚ ਤਲਵਾਰ ਨਹੀਂ ਖੜਕਾਈ? ਬੁੱਧ ਜੋ ਕੀੜੀ ਨੂੰ ਵੀ ਦੁੱਖ ਦੇਣਾ ਪਾਪ ਸਮਝਦਾ ਸੀ, ਜੋ ਬ੍ਰਾਹਮਣਾਂ ਦੇ ਯੁੱਗਾਂ ਵਿੱਚ ਜੀਵ ਹੱਤਿਆ ਦੀ ਕੁਰਬਾਨੀ ਵੇਖ ਕੇ ਬਹੁਤ ਨੱਕ-ਮੂੰਹ ਢਾਉਂਦਾ ਸੀ ਤੇ ਸਭ ਜੀਵਾਂ ਦਾ ਸਮਾਨ ਜੀਵਨ ਕਾਇਮ ਰੱਖਣ ਦਾ ਹੱਕ ਸਵੀਕਾਰਦਾ ਤੇ ਪ੍ਰਚਾਰਦਾ ਸੀ ਤੇ ਅਹਿੰਸਾ ਪਰਮੋ ਧਰਮਾਂ ਦਾ ਢੋਲ ਪਿੱਟਦਾ ਸੀ, ਉਸ ਦੇ ਚੇਲਿਆਂ ਤੇ ਸ਼ਿష్ਯਾਂ ਦੀ ਉਨਤੀ ਕੀ ਤਲਵਾਰ ਤੋਂ ਬਿਨਾਂ ਹੋਈ? ਹਰਗਿਜ਼ ਨਹੀਂ। ਜਦੋਂ ਬੁੱਧ ਧਰਮ ਰਾਜ ਸਿੰਘਾਸਨ ਤੇ ਬਿਰਾਜਮਾਨ ਹੋਇਆ, ਰਾਜਾ ਅਸ਼ੋਕ ਜੋ ਬ੍ਰਾਹਮਣਾਂ ਦੇ ਕਾਨੂੰਨ ਅਨੁਸਾਰ ਸ਼ੂਦਰ ਹੀ ਸੀ ਨੇ ਬੁੱਧ ਧਰਮ ਧਾਰਨ ਕਰ ਲਿੱਤਾ ਤੇ ਉਸ ਤਲਵਾਰ ਦੀ ਸ਼ਕਤੀ ਨਾਲ ਬੁੱਧ ਧਰਮ ਫੈਲਾਇਆ। ਦੂਜੇ ਧਰਮਾਂ ਦੇ ਪ੍ਰਸ਼ੰਸਕਾਂ ਦੇ ਖੂਨ ਨਾਲ ਤਲਵਾਰ ਰੰਗ ਕੇ ਬੁੱਧ ਧਰਮ ਦਾ ਘੇਰਾ ਚੌੜਾ ਕੀਤਾ। ਕੀ ਸ਼ੰਕਰਾਚਾਰੀਆ ਦੀ ਸੁੱਕੀ ਫਿਲਾਸਫੀ ਨੇ ਬੁੱਧ ਧਰਮ ਨੂੰ ਭਾਰਤ ਵਰਸ਼ ਵਿੱਚੋਂ ਬਾਹਰ ਕੱਢਿਆ ਤੇ ਆਪਣੀ ਜੁਗਤੀ ਤੇ ਦਲੀਲਬਾਜ਼ੀ ਨਾਲ
ਬੁੱਧ ਧਰਮ ਦਾ ਬਿਸਤਰਾ ਬੋਰੀਆ ਗੋਲ ਕੀਤਾ ਜਾਂ ਹਿੰਦੁਸਤਾਨ ਦੀਆਂ ਹੱਦਾਂ ਵਿੱਚੋਂ ਬਾਹਰ ਜਾ ਸੁੱਟਿਆ? ਨਹੀਂ, ਹਰਗਿਜ਼ ਨਹੀਂ। ਸਗੋਂ ਰਾਜਪੂਤ ਰਾਜਿਆਂ ਨੇ ਫਿਰ ਤਲਵਾਰ ਉਠਾਈ ਤੇ ਉਹ ਤਲਵਾਰ ਦੀ ਹੀ ਛਤਰ ਛਾਇਆ ਹੇਠ ਬੁੱਧ ਧਰਮ ਨੇ ਹਿੰਦੁਸਤਾਨ ਤੋਂ ਬਾਹਰ ਕੱਢਣ ਵਿੱਚ ਸਫਲ ਹੋਏ। ਖੱਤਰੀ ਰਾਜਿਆਂ ਨੇ ਸ਼ੰਕਰ ਮਤ ਫੈਲਾਉਣ ਵਿੱਚ ਆਪਣੀ ਤਲਵਾਰ ਦੀ ਪਿਆਸ ਬੋਧੀਆਂ ਦੇ ਲਹੂ ਨਾਲ ਬੁਝਾਈ। ਕੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਆਪਣੇ ਉਦੇਸ਼ ਤੇ ਧਰਮ ਦੇ ਪ੍ਰਚਾਰ ਲਈ ਦੂਜੇ ਧਰਮਾਂ ਦੇ ਟਾਕਰੇ ਤੇ ਤਲਵਾਰ ਵਰਤਣਾ ਅਯੋਗ ਸੀ? ਕਿ ਗੁਰੂ ਜੀ ਨੇ ਆਪਣੀ ਰੱਖਿਆ ਤੇ ਮੁਸੀਬਤ ਫਸੀ ਹਿੰਦੂ ਜਾਤੀ ਦੀ ਰੱਖਿਆ ਲਈ ਤਲਵਾਰ ਮਿਆਨ ਵਿੱਚੋਂ ਕੱਢੀ? ਗੁਰੂ ਜੀ ਨੇ ਤਲਵਾਰ ਉਹਨਾਂ ਮੁਸਲਮਾਨਾਂ ਦੇ ਟਾਕਰੇ ਲਈ ਕੱਢੀ ਜਿਨ੍ਹਾਂ ਨੂੰ ਖੁਦਾਈ ਹੁਕਮ ਭਾਸਦਾ ਸੀ ਕਿ ਜੋ ਮੁਸਲਮਾਨ ਨਹੀਂ ਉਹ ਕਾਫਰ ਹੈ ਤੇ ਕਾਫਰ ਨੂੰ ਮਾਰਨਾ ਸਵਾਬ ਭਾਵ ਪੁੰਨ ਤੇ ਧਰਮ ਹੈ। ਕਾਫਰਾਂ ਦਾ ਮਾਲ ਮੱਤਾ, ਘਰ-ਬਾਰ, ਬਾਲ ਬੱਚੇ, ਇਸਤਰੀ, ਮੋਮਨਾ ਭਾਵ ਮੁਸਲਮਾਨਾਂ ਲਈ ਸਭ ਕੁਝ ਹਲਾਲ ਤੇ ਪਾਕ ਹੈ। ਹਿੰਦੁਸਤਾਨ ਵਿੱਚ ਇਹਨਾਂ ਮਸਲਿਆਂ ਦਾ ਹੱਲ ਪਹਿਲੇ ਮੁਸਲਮਾਨ ਬਾਦਸ਼ਾਹਾਂ ਨੇ ਤਾਂ ਜੋ ਕੀਤਾ ਉਹ ਕੀਤਾ ਹੀ, ਪਰ ਔਰੰਗਜ਼ੇਬ ਨੇ ਤਾਂ ਪਰਨ ਹੀ ਕਰ ਲਿਆ ਕਿ ਸਾਰੇ ਹਿੰਦੂਆਂ ਨੂੰ ਹੀ ਤਲਵਾਰ ਦੇ ਬਲ ਨਾਲ ਦੀਨ ਵਿੱਚ ਦਾਖਲ ਕਰਕੇ ਬਹਿਸ਼ਤ ਵਿੱਚ ਹੂਰਾਂ ਤੇ ਗੁਲਾਮ ਹਾਸਲ ਕਰੇ। ਉਸ ਦੇ ਜ਼ੁਲਮਾਂ ਜ਼ਬਰਾਂ ਤੇ ਮਾਰਾਂ ਦੀਆਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਪਰ ਇੱਥੇ ਥਾਂ ਦੀ ਗੁੰਜਾਇਸ਼ ਨਹੀਂ। ਤਾਰੀਖ ਦਾ ਹਰ ਪੰਨਾ ਗਵਾਹ ਹੈ। ਪਿੰਡਾਂ ਦੇ ਪਿੰਡ, ਕਸਬਿਆਂ ਦੇ ਕਸਬੇ, ਸ਼ਹਿਰਾਂ ਦੇ ਸ਼ਹਿਰ, ਕੌਮਾਂ ਦੀਆਂ ਕੌਮਾਂ ਜਬਰੀ ਮੁਸਲਮਾਨ ਹੋ ਰਹੀਆਂ ਸਨ। ਹਿੰਦੂਆਂ ਦੀ ਕਿਸ਼ਤੀ ਇਸਲਾਮੀ ਤੂਫਾਨ ਵਿੱਚ ਘਿਰੀ ਹੋਈ ਡਗਮਗਾ ਰਹੀ ਸੀ ਤੇ ਟਕਰਾ ਕੇ ਚਕਨਾਚੂਰ ਹੋਣੀ ਵਾਲੀ ਸੀ। ਉਦੋਂ ਗੁਰੂ ਗੋਬਿੰਦ ਸਿੰਘ ਜੀ ਮੈਦਾਨੇ ਜੰਗ ਵਿੱਚ ਨਿਤਰੇ। ਨਾ ਨਿਤਰਦੇ ਤੇ ਫੌਜੀ ਜਥੇਬੰਦੀ ਬਣਾ ਕੇ ਟਾਕਰੇ ਤੇ ਖੜੀ ਨਾ ਕਰਦੇ, ਲੋਹੇ ਦਾ ਜਵਾਬ ਲੋਹੇ ਨਾਲ ਨਾ ਦਿੰਦੇ, ਤਾਂ ਸਿੱਟਾ ਇਹ ਹੁੰਦਾ ਕਿ ਸ਼ਾਂਤ ਸੁਭਾਅ ਤੇ ਸਹਿਨਸ਼ੀਲਤਾ ਦੇ ਦੇਵੀ ਦੇਵਤੇ, ਜੀਵ ਹੱਤਿਆ ਤੋਂ ਕੰਬਣ ਵਾਲੇ ਅਹਿੰਸਾ ਪਰਮ ਧਰਮਾਂ ਦੇ ਪੁਜਾਰੀ ਵੇਖਣੇ ਨਸੀਬ ਨਾ ਹੁੰਦੇ ਤੇ ਤਲਵਾਰ ਦੇ ਜ਼ੋਰ ਨਾਲ ਕਲਮਾ ਪੜਾ ਕੇ ਉਹੋ ਜਿਹੇ ਹੀ ਮੁਸਲਮ ਬਣਾਏ ਜਾਂਦੇ ਜਿਨ੍ਹਾਂ ਦਾ ਦੀਨ ਇਹ ਹੁਕਮ ਦਿੰਦਾ ਕਿ ਕਾਫਰਾਂ ਦੇ ਖੂਨ ਨਾਲ ਹੱਥ ਰੰਗਣੇ ਸਵਾਬ ਅਤੇ ਕਾਫਰਾਂ ਦੀਆਂ ਧੀਆਂ ਤੇ ਪੁੱਤਰ ਖੋਹ ਕੇ ਮਜ਼ੇ ਲੁੱਟਣਾ ਖੁਦਾਈ ਹੁਕਮ ਦੀ ਪਾਲਣਾ ਸੀ। ਜਰਾ ਸੋਚੋ ਤਾਂ ਸਹੀ, ਜਿਨ੍ਹਾਂ ਨੂੰ ਔਰੰਗਜ਼ੇਬ ਨੇ ਮੁਸਲਮਾਨ ਕੀਤਾ ਤੇ ਉਹ ਵੀ ਜਬਰੀ ਕੀਤਾ, ਉਹਨਾਂ ਕਦੇ ਵੀ ਹਿੰਦੂਆਂ ਨਾਲ ਹਮਦਰਦੀ ਕੀਤੀ ਹੈ? ਜਦੋਂ ਮੁਸਲਮਾਨ ਹੀ ਜਬਰੀ ਕੀਤੇ ਗਏ ਤਾਂ ਕੀ ਕਾਰਨ ਸੀ ਕਿ ਉਹਨਾਂ ਦੀ ਹਮਦਰਦੀ ਸਦਾ ਲਈ ਹਿੰਦੂਆਂ ਨਾਲ ਟੁੱਟ ਗਈ? ਕਾਰਨ ਇਹ ਸੀ ਕਿ ਹਿੰਦੂਆਂ ਉਹਨਾਂ ਨੂੰ ਦੁਬਾਰਾ ਅਪਣਾਉਣ ਤੋਂ ਤਿਆਗ ਦਿੱਤਾ, ਘਿਰਣਾ ਕੀਤੀ ਤੇ ਕਦੀ ਆਪਣੇ ਨਾਲ ਮਿਲਾਉਣ ਦਾ ਹੌਸਲਾ ਨਹੀਂ ਕੀਤਾ। ਇਤਰਾਜ਼ ਕਰਨ ਵਾਲੇ ਸੱਜਣੋ, ਗੁਰੂ ਜੀ ਦਾ ਮਿਸ਼ਨ ਬਹੁਤ ਹੀ ਸਤਿਕਾਰਯੋਗ ਹੈ, ਨਾ ਕਿ ਘਿਰਣਾਯੋਗ। ਉਹਨਾਂ ਦਾ ਉਦੇਸ਼ ਗੌਰਵਮਈ ਹੈ, ਨਾ ਕਿ ਨਿੰਦਣਯੋਗ। ਨਫ਼ਰਤ ਤੇ ਵਖੇਵੇਂ ਖੜੇ ਕਰਨ ਵਾਲੇ ਜਿਤਨੀ ਚਾਹੁਣ ਨੁਕਤਾਚੀਨੀ ਕਰਨ, ਕਿਉਂਕਿ ਨੁਕਤਾਚੀਨੀ ਬੜੀ ਆਸਾਨ ਹੈ। ਇਸ ਵਿੱਚ ਨਾ ਕੋਈ ਤਕਲੀਫ ਹੁੰਦੀ ਹੈ ਤੇ ਨਾ ਕੁਝ ਖਰਚ ਹੁੰਦਾ ਹੈ। ਗੁਰੂ ਜੀ ਦੇ ਉਦੇਸ਼ ਦੀ ਕਦਰ ਉਹਨਾਂ ਨੂੰ ਤਾਂ ਹੋ ਸਕਦੀ ਹੈ ਜੇ ਉਹਨਾਂ ਦਾ ਘਰ ਕੋਈ ਖੋਹ ਕੇ ਮਾਲਕ ਬਣ ਜਾਏ ਤੇ ਉਹਨਾਂ ਨੂੰ ਜੰਗਲ ਵਿੱਚ ਧੱਕ ਦੇਵੇ। ਉਹਨਾਂ ਦੇ ਧੀਆਂ ਪੁੱਤਰ ਖੋਹ ਕੇ ਜਨਾਨੀ ਆਪਣੀ ਸੇਜਾ ਦਾ ਸ਼ਿੰਗਾਰ ਬਣਾ ਕੇ ਰੰਗ ਰਲੀਆਂ ਮਨਾਵੇ। ਉਹਨਾਂ ਦੇ ਬੱਚਿਆਂ ਨੂੰ ਗੁਲਾਮਾਂ ਵਾਲੀ ਮਸ਼ੱਕਤ ਤੇ ਲਾਇਆ ਜਾਵੇ। ਉਹਨਾਂ ਦੇ ਬੱਚਿਆਂ ਨੂੰ ਗੁਲਾਮਾਂ ਵਾਲੀ ਮਸ਼ੱਕਤ ਤੇ ਲਾਇਆ ਜਾਏ ਤੇ ਉਹਨਾਂ ਦੇ ਮਾਲ ਤੇ ਦੌਲਤ ਨਾਲ ਗੁਲਛਰੇ ਉਡਾਏ ਜਾਣ। ਉਹਨਾਂ ਦੀਆਂ ਮੁਸ਼ਕਾਂ ਕੱਸ ਕੇ ਉਹਨਾਂ ਨੂੰ ਆਪਣੇ ਦੀਨ ਵਿੱਚ ਸ਼ਾਮਲ ਕੀਤਾ ਜਾਏ ਤੇ ਉਸ ਵੇਲੇ ਇਹ ਫਿਰ ਸ਼ਾਂਤੀ ਤੇ ਸਹਿਨਸ਼ੀਲਤਾ ਦਾ ਉਪਦੇਸ਼ ਕਰ, ਤਾਂ ਫਿਰ ਅਸੀਂ ਮੰਨਾਂਗੇ ਕਿ ਉਹ ਸੱਚੇ ਤਿਆਗੀ, ਪੱਕੇ ਗਿਆਨੀ ਤੇ ਰਹਿਮ ਦਿਲ ਪੂਰੇ ਨੇ। ਇਸ ਪ੍ਰੀਖਿਆ ਬਿਨਾਂ ਤਾਂ ਤੁਹਾਡੀ ਸ਼ਾਂਤੀ ਤੇ ਸਹਿਨਸ਼ੀਲਤਾ ਨੂੰ ਅਸੀਂ ਉੱਕਾ ਹੀ ਮੰਨਣ ਨੂੰ ਤਿਆਰ ਨਹੀਂ। ਇੱਕ ਹੋਰ ਵੀ ਫਿਰਕਾ ਹੈ ਜਿਸ ਦੇ ਲੋਕੀ ਡੀਂਗਾ ਮਾਰਦੇ ਨੇ ਕਿ ਸਾਡਾ ਹਿੰਦੂ ਧਰਮ ਤਾਂ ਪ੍ਰਮਾਤਮਾ ਦੀ ਸਾਰੀ ਸ੍ਰਿਸ਼ਟੀ ਨਾਲ ਮਿੱਤਰਤਾ ਤੇ ਸਦਭਾਵਨਾ ਵਿਖਾਉਂਦਾ ਹੈ। ਇਸੇ ਕਰਕੇ ਸਾਨੂੰ ਹਿੰਦੂ ਧਰਮ ਨੂੰ ਪ੍ਰਚਾਰਨ ਤੇ ਫੈਲਾਉਣ ਲਈ ਤਲਵਾਰ ਦੀ ਕੋਈ ਲੋੜ ਨਹੀਂ, ਕੌਮੀ ਤੇ ਵਤਨੀ ਸ਼ਹੀਦਾਂ ਦੀ ਲੋੜ ਨਹੀਂ। ਚਲੋ ਠੀਕ ਹੀ ਸਹੀ, ਉਹ ਸੱਚ ਆਖਦੇ ਹੋਣਗੇ, ਪਰ ਇਹ ਗੱਲ ਤਾਂ ਹੀ ਪੁੱਗਦੀ ਹੈ ਜੇ ਤੁਹਾਨੂੰ ਕੋਈ ਦੋਸਤ ਸਮਝੇ, ਬਣਾਏ ਜਾਂ ਬਣ ਦੇਵੇ। ਜੇ ਤੁਹਾਨੂੰ ਸਮਝੇ ਹੀ ਕਾਫਰ, ਇਸ ਕੁਫਰ ਦੇ ਜ਼ੁਲਮ ਵਿੱਚ ਫਤਵਾ ਮੌਤ ਦੀ ਸਜ਼ਾ ਦੇਵੇ ਤੇ ਸਾਰਾ ਕੁਝ ਤੁਹਾਡੇ ਪਾਸੋਂ ਜਬਰੀ ਲੁੱਟੇ, ਤਾਂ ਫਿਰ ਤੁਹਾਨੂੰ ਉਹਨਾਂ ਵਰਗਾ ਹੀ ਬਣਨਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਆਪਣੇ ਵਰਗਾ ਬਣਾਓ। ਸ਼੍ਰੀਮਾਨ ਜੀ, ਜੋ ਹੋਰ ਕੁਝ ਨਹੀਂ ਤਾਂ ਅਜਿਹੇ ਹਾਲਾਤ ਵਿੱਚ ਆਪਣੀ ਸਵੈ ਰੱਖਿਆ ਲਈ ਕੁਝ ਬਲ ਧਾਰਨਾ
ਕੁਝ ਅੱਖਾਂ ਲਾਲ ਪੀਲੀਆਂ ਕਰਨੀਆਂ, ਕੁਝ ਜੋਸ਼ ਵਿਖਾਉਣਾ ਅਤੇ ਕੁਝ ਘੂਰਨਾ ਮਨੁੱਖ ਦੇ ਗੈਰਤਮੰਦ ਬਣਨ ਲਈ ਬਹੁਤ ਜ਼ਰੂਰੀ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਸੇ ਸਵੈ ਰੱਖਿਆ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਸ਼ਹੀਦ ਤੇ ਧਰਮੀ ਯੋਧੇ ਪੈਦਾ ਕਰਨ ਦੀ ਲੋੜ ਮਹਿਸੂਸ ਕੀਤੀ ਤੇ ਇਸੇ ਵਾਸਤੇ ਉਹਨਾਂ ਤਲਵਾਰ ਸੋਤੀ। ਜੇ ਸਾਡੇ ਉੱਪਰ ਪੱਖਪਾਤ ਦਾ ਇਲਜ਼ਾਮ ਨਾ ਲਾਇਆ ਜਾਵੇ ਤਾਂ ਅਸੀਂ ਨਿਡਰ ਹੋ ਕੇ ਆਖ ਸਕਦੇ ਹਾਂ ਕਿ ਉਸ ਸਮੇਂ ਜੇ ਕੋਈ ਅਣਖ ਤੇ ਗੈਰਤ ਵਾਲਾ ਗੁਰੂ ਪੀਰ ਪੈਗੰਬਰ ਪੈਦਾ ਹੋਇਆ ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਹੀ ਸੀ। ਨਹੀਂ, ਮੁਸਲਮਾਨਾਂ ਦੇ 800 ਸਾਲ ਦੇ ਰਾਜ ਵਿੱਚ ਜੇ ਕਿਸੇ ਦੀਆਂ ਰਗਾਂ ਵਿੱਚ ਅਣਖ ਤੇ ਗੈਰਤ ਦੇ ਖੂਨ ਨੇ ਜੋਸ਼ ਮਾਰਿਆ, ਉਬਾਲਾ ਖਾਧਾ, ਤਾਂ ਉਹ ਕੇਵਲ ਤੇ ਕੇਵਲ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਸਨ। ਅਸੀਂ ਉਹਨਾਂ ਦੇ ਪਾਵਨ ਚਰਨਾਂ ਤੇ ਬਾਰ-ਬਾਰ ਨਮਸਕਾਰ ਕਰਕੇ ਕਿਰਤਾਰਥ ਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪੁਸਤਕ ਦੀ ਸਮਾਪਤੀ ਸਮੇਂ ਕੁਝ ਇਸ ਪੁਸਤਕ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਲਾਲਾ ਦੌਲਤ ਰਾਏ ਜੀ ਦਾ ਜੀਵਨ ਕਾਲ 19ਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋ ਕੇ 20ਵੀਂ ਸਦੀ ਦੇ ਪਹਿਲੇ 2 ਦਹਾਕਿਆਂ ਤੱਕ ਚੱਲਦਾ ਹੋਇਆ ਇਤਿਹਾਸ, ਸਮਾਜ ਅਤੇ ਧਰਮ ਨੂੰ ਬਹੁਤ ਨੇੜਿਓਂ ਅਤੇ ਡੂੰਘਾਈ ਤੱਕ ਵੇਖਦਾ ਹੈ। ਮੂਲ ਰੂਪ ਵਿੱਚ ਆਰੀਆ ਸਮਾਜੀ ਵਿਚਾਰਧਾਰਾ ਨੂੰ ਸਮਰਪਿਤ ਲਾਲਾ ਜੀ ਸਵਾਮੀ ਦਇਆਨੰਦ ਸਰਸਵਤੀ ਦੇ ਉਪਾਸ਼ਕ ਹੀ ਨਹੀਂ ਸਗੋਂ ਓਤ-ਪੋਤ ਪ੍ਰਣਾਏ ਹੋਏ ਸਨ। ਪਰੰਤੂ ਸਵਾਮੀ ਜੀ ਵੱਲੋਂ ਆਪਣੀ ਰਚਨਾ ਸਤਿਆਰਥ ਪ੍ਰਕਾਸ਼ ਵਿੱਚ ਸਿੱਖ ਗੁਰੂ ਸਾਹਿਬਾਨ ਪ੍ਰਤੀ ਕੁਝ ਅਯੋਗ ਸ਼ਬਦ ਪਤਾ ਨਹੀਂ ਕਿਸ ਭੁਲੇਖੇ ਵਿੱਚ ਉਹਨਾਂ ਲਿਖੇ ਸਨ, ਜਿਸ ਦਾ ਰੋਸ ਤੇ ਪ੍ਰਚਾਰ ਸਿੱਖ ਜਗਤ ਨੇ ਜੀ ਭਰ ਕੇ ਕੀਤਾ। ਉਸ ਰਚਨਾ ਦੇ ਪ੍ਰਾਸ਼ਚਿਤ ਵਜੋਂ ਅਤੇ ਸੁਹਿਰਦ ਨੀਤੀ ਨਾਲ ਲਾਲਾ ਜੀ ਵੱਲੋਂ ਇਹ ਯਤਨ ਕੀਤਾ ਗਿਆ ਹੈ ਜੋ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪੁਸਤਕ ਮੂਲ ਰੂਪ ਵਿੱਚ ਫਾਰਸੀ ਨੁਮਾ ਉਰਦੂ ਵਿੱਚ ਲਿਖੀ ਗਈ ਸੀ, ਜੋ ਬਹੁਤ ਸਾਰੇ ਪਾਠਕਾਂ ਅਤੇ ਸਰੋਤਿਆਂ ਦੀ ਪਹੁੰਚ ਤੋਂ ਦੂਰ ਸੀ। ਫਿਰ ਇਸ ਨੂੰ ਛਾਂਟ ਕੇ ਸੋਧ ਕੇ ਗੁਰਮੁਖੀ ਵਿੱਚ ਸਾਹਮਣੇ ਲਿਆਂਦਾ ਗਿਆ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਰਚਨਾ ਲਗਭਗ 1901 ਵਿੱਚ ਲਿਖੀ ਗਈ, ਭਾਵ ਅੱਜ ਤੋਂ ਲਗਭਗ ਕੋਈ 110-11 ਸਾਲ ਪਹਿਲਾਂ। ਸੋ ਲਾਜ਼ਮੀ ਹੈ ਕਿ ਇਤਨੇ ਸਮੇਂ ਦੇ ਅੰਤਰਾਲ ਉਪਰੰਤ ਗੁਰਮਤ, ਖਾਲਸਾ ਵਿਚਾਰਧਾਰਾ ਅਤੇ ਗੁਰਬਾਣੀ ਪ੍ਰਕਾਸ਼ ਵਿੱਚ ਬਹੁਤ ਖੋਜਬੀਨ ਹੋ ਚੁੱਕੀ ਹੈ। ਬਹੁਤ ਕੁਝ ਸਿਧਾਂਤ ਸਪਸ਼ਟ ਹੋ ਚੁੱਕੇ ਹਨ ਔਰ ਤਬਦੀਲੀਆਂ ਵੀ ਨਜ਼ਰ ਆਉਣਗੀਆਂ। ਇਸ ਦੇ ਕੁਝ ਹੋਰ ਵੀ ਕਾਰਨ ਹੋ ਸਕਦੇ ਹਨ, ਜਿਵੇਂ ਲਾਲਾ ਜੀ ਆਰੀਆ ਸਮਾਜ ਦੀ ਵਿਚਾਰਧਾਰਾ ਤੋਂ ਬਹੁਤ ਪ੍ਰਭਾਵਿਤ ਸਨ, ਇਸ ਲਈ ਇਹੀ ਵਿਚਾਰਧਾਰਾ ਇਸ ਰਚਨਾ ਤੇ ਬਹੁਤ ਭਾਰੂ ਸਪਸ਼ਟ ਹੁੰਦੀ ਹੈ। ਲਾਲਾ ਜੀ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਵਡਿਆਈਆਂ ਬਿਆਨ ਕਰਦੇ ਹਨ ਤਾਂ ਉਹ ਇਸ ਕੋਸ਼ਿਸ਼ ਵਿੱਚ ਰਹਿੰਦੇ ਹਨ ਕਿ ਗੁਰੂ ਜੀ ਨੂੰ ਨਿਰੰਕਾਰੀ ਜੋਤ ਵਜੋਂ ਪੇਸ਼ ਕਰਨ ਨਾਲੋਂ ਸਮਾਜਿਕ ਸੁਧਾਰਕ ਅਤੇ ਉਹ ਵੀ ਵਿਸ਼ੇਸ਼ ਤੌਰ ਤੇ ਹਿੰਦੂ ਜਾਤੀ ਦੇ ਸੁਧਾਰਕ ਵਜੋਂ ਪੇਸ਼ ਕਰਦੇ ਹਨ। ਜਿਵੇਂ ਇੱਕ ਥਾਂ ਲਿਖਦੇ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿੱਚ ਸੁਧਾਰ ਹੀ ਕੀਤਾ ਹੈ ਤੇ ਹਿੰਦੂ ਦੀ ਹਾਲਤ ਨੂੰ ਪਲਟਾ ਦਿੱਤਾ ਹੈ, ਨਾ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀਂਹ ਰੱਖੀ। ਇਸ ਵਾਸਤੇ ਜਿਨ੍ਹਾਂ ਹਾਲਾਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਨਮ ਦਿੱਤਾ, ਉਹਨਾਂ ਦਾ ਸੰਖੇਪ ਜਿਹਾ ਹਾਲ ਲਿਖਣਾ ਅਤ ਜ਼ਰੂਰੀ ਹੈ। ਇਸ ਤੋਂ ਇਹ ਭਾਵ ਹੋਇਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਲਾਤਾਂ ਦੀ ਪੈਦਾਇਸ਼ ਸਨ, ਨਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਪੰਥ ਅਤੇ ਗ੍ਰੰਥ ਦੀ ਸੰਪੂਰਨਤਾ ਦੇ ਜਾਮਨ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਹਾਲਾਤ ਨੇ ਨਹੀਂ, ਸਗੋਂ ਨਿਰੰਕਾਰੀ ਜੋਤ ਦੀ ਕਲਾ ਜੁਗਤ ਨੇ
ਆਪਣੀ ਵਿਰਾਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਅਤੇ ਖਾਲਸਾ ਪੰਥ ਦੀ ਸਿਰਜਣਾ ਦਾ ਜਾਮਨ ਬਣਾ ਕੇ ਸਿਰਜਕ ਕੀਤਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਇਹ ਕੋਈ ਘਟਨਾ ਨਹੀਂ ਸੀ, ਇਹ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੀ ਮਿਸ਼ਨ ਹੈ, ਜਿਸ ਨੂੰ ਸੰਪੂਰਨਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਖਸ਼ ਰਹੇ ਹਨ। ਹਾਂ, ਇਹ ਗੱਲ ਵੱਖਰੀ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਅਨੁਸਾਰ ਮਜ਼ਲੂਮ, ਅਬਲਾ ਤੇ ਸਵੈ ਰੱਖਿਆ ਦੀ ਵੀ ਖਾਲਸਾ ਜਾਮਨੀ ਭਰਦਾ ਹੈ। ਇਸੇ ਤਰ੍ਹਾਂ ਅਕਸਰ ਬਹੁਤ ਥਾਵਾਂ ਤੇ ਅਜੋਕੀ ਖਾਲਸਾਈ ਤੇ ਗੁਰਮਤਿ ਵਿਚਾਰਧਾਰਾ ਦਾ ਵਿਰੋਧ ਆਵਾਜ਼ ਪ੍ਰਗਟ ਹੁੰਦਾ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਲੈ ਸਕਦੇ ਹਾਂ ਕਿ ਗਾਲਬਨ 1 ਸਦੀ ਤੋਂ ਵੱਧ ਦੇ ਕਾਲ ਅੰਤਰਾਲ ਦਾ ਪ੍ਰਭਾਵ ਹੋਣਾ ਜ਼ਰੂਰੀ ਹੈ। ਅਜਿਹੀਆਂ ਵਿਰੋਧ ਆਭਾਸੀ ਸ਼ਕਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ, ਕਿਉਂਕਿ ਉਸ ਕਾਲ ਵਿੱਚ ਜਿਸ ਜੁਰਤ, ਬੇਬਾਕੀ ਅਤੇ ਨਿਸ਼ਪਸ਼ਤਾ ਦੇ ਹਾਮੀ ਹੋ ਕੇ ਲਾਲਾ ਜੀ ਨੇ ਇਸ ਰਚਨਾ ਨੂੰ ਆਕਾਰ ਅਤੇ ਵਿਸਥਾਰ ਦਿੱਤਾ ਹੈ, ਉਹ ਉਹਨਾਂ ਦੀ ਇਸ ਹਿੰਮਤ ਨੂੰ ਪ੍ਰਣਾਮ ਕਰਦਿਆਂ ਇਸ ਰਚਨਾ ਨੂੰ ਹੂ ਬਹੂ ਆਵਾਜ਼ ਰਾਹੀਂ ਪੇਸ਼ ਕਰਕੇ ਉਹਨਾਂ ਨੂੰ ਸ਼ਰਧਾ ਸੁਮਨ ਅਰਪਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।